हाँ जी, वाहिगुरू जी का खालसा वाहिगुरू जी की फतेह। ਅੱਜ ਗੱਲ ਕਰਾਂਗੇ ਮਾਡਰਨ ਇਤਿਹਾਸ ਦੇ ਇੱਕ ਅਜਿਹੇ ਵਾਕਿਏ ਦੀ ਜਦੋਂ ਸਮੇਂ ਦੀਆਂ ਦੋ ਧਾਕੜ ਸ਼ਖਸੀਅਤਾਂ ਬਿਲਕੁਲ ਆਮਣੇ ਸਾਹਮਣੇ ਹੋ ਗਈਆਂ ਸਨ। ਇੱਕ ਪਾਸੇ ਸਨ ਬੜੇ ਹੀ ਜੁਰਤ ਵਾਲੇ ਨੇਤਾ ਸ਼ਿਵ ਸੈਨਾ ਸੁਪਰੀਮੋ ਬਾਲ ਠਾਕਰੇ, ਜਿਨ੍ਹਾਂ ਦਾ ਮਹਾਰਾਸ਼ਟਰ ਤੋਂ ਲੈ ਕੇ ਦਿੱਲੀ ਦੇ ਸਿਆਸੀ ਗਲਿਆਰਿਆਂ ਤੱਕ ਪੂਰਾ ਠੋਕ ਕੇ ਦਬਦਬਾ ਸੀ। ਸਟੇਟ ਹੋਵੇ ਜਾਂ ਸੈਂਟਰ, ਬਾਲ ਠਾਕਰੇ ਦੇ ਮਜ਼ਬੂਤ ਤੇ ਤਗੜੀਆਂ ਸਰਕਾਰਾਂ ਨਾਲ ਸਿੱਧੇ ਤੌਰ ਤੇ ਠਾਕਰੇ ਦੇ ਕਈ ਕਿੱਸੇ ਮਸ਼ਹੂਰ ਹਨ। ਤੇ ਦੂਸਰੇ ਪਾਸੇ ਸੀ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਦੇ ਉੱਚੇ ਰੁਤਬੇ ਬਾਰੇ ਤੁਸੀਂ ਆਲਰੇਡੀ ਜਾਣਦੇ ਹੋ। ਮੈਨੂੰ ਬਾਲਾ ਕੁਝ ਦੱਸਣ ਦੀ ਲੋੜ ਹੀ ਨਹੀਂ। ਆਖਿਰ ਕਿਉਂ ਹੋਇਆ ਸੀ ਇਹਨਾਂ ਦੋਵੇਂ ਖੱਬੀ ਖਾਨਾਂ ਦਾ ਆਪਸੀ ਟਕਰਾਅ? ਆਖਿਰ ਕੀ ਚੈਲੰਜ ਦਿੱਤਾ ਸੀ ਬਾਲ ਠਾਕਰੇ ਨੇ ਜਿਸ ਨੂੰ ਪੁਗਾਉਣ ਲਈ ਸੰਤ ਜੀ ਬੰਬੇ ਉਹਦੇ ਘਰ ਤੱਕ ਪਹੁੰਚ ਗਏ ਸਨ? ਇਹ ਪੂਰਾ ਰੋਮਾਂਚਕ ਕਿੱਸਾ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਕਿਸੇ ਫਿਲਮ ਦੀ ਸਟੋਰੀ ਚੱਲ ਰਹੀ ਹੋਵੇ, ਸੋ ਅੰਤ ਤੱਕ ਜ਼ਰੂਰ ਦੇਖਿਓ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਕਸੈਸ ਦਾ ਰਾਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ, ਕਿਉਂਕਿ ਸਿੱਖ ਇਤਿਹਾਸ ਨਾਲ ਜੁੜੇ ਜਿਹੜੇ ਵਿਸ਼ੇ ਬਾਰੇ ਵੀ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਸਭ ਕੁਝ ਪਤਾ ਹੈ, ਪਹਿਲਾ ਵੀਡੀਓ ਉਸੇ ਟੌਪਿਕ ਦਾ ਵੇਖਿਓ, ਤੁਹਾਨੂੰ 100 ਨਵੀਆਂ ਗੱਲਾਂ ਪਤਾ ਲੱਗਣਗੀਆਂ। ਇਸ ਪੂਰੇ ਮਾਮਲੇ ਨੂੰ ਸਮਝਣ ਲਈ ਆਓ ਆਪਾਂ ਸ਼ੁਰੂ ਤੋਂ ਸ਼ੁਰੂ ਕਰੀਏ। ਇਹ ਗੱਲ ਹੈ 1982 ਦੇ ਸ਼ੁਰੂਆਤ ਦੀ, ਜਦੋਂ ਜਥੇਦਾਰ ਸੰਤੋਖ ਸਿੰਘ ਜੀ ਦੇ ਸੱਦੇ ਤੇ ਦਮਦਮੀ ਟਕਸਾਲ ਦੇ ਮੁਖੀ ਵਜੋਂ ਸੰਤ ਭਿੰਡਰਾਂਵਾਲਾ ਧਰਮ ਪ੍ਰਚਾਰ ਲਈ ਦਿੱਲੀ ਦੇ ਦੌਰੇ ਤੇ ਸਨ। ਆਪਣੇ ਹਮੇਸ਼ਾ ਵਰਗੇ ਚਰਚਿਤ ਅੰਦਾਜ਼ ਵਿੱਚ ਸੈਂਕੜੇ ਸ਼ਸਤਰਧਾਰੀ ਸਿੰਘਾਂ ਦੇ ਨਾਲ ਸੰਤ ਜੀ ਦਿੱਲੀ ਪਹੁੰਚੇ। ਖੁੱਲੇ ਹਵਾ ਵਿੱਚ ਸ਼ਸਤਰ ਲਹਿਰਾਉਂਦਿਆਂ ਸੈਂਕੜੇ ਸਿੰਘਾਂ ਦਾ ਕਾਫਲਾ ਜਦੋਂ ਦਿੱਲੀ ਦੀਆਂ ਸੜਕਾਂ ਤੇ ਸੰਤ ਜੀ ਦੇ ਨਾਲ ਤੁਰਦਾ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ। ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਇਸ ਗੱਲ ਦੀ ਚਿੰਤਾ ਜ਼ਾਹਿਰ ਕੀਤੀ। ਮੁੱਦਾ ਹੋਮ ਸੈਕਟਰੀ ਟੀਵੀ ਚਤੁਰਵੇਦੀ ਤੋਂ ਹੁੰਦਾ ਹੋਇਆ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚਿਆ। ਸਾਰਾ ਹਾਲ ਬਿਆਨ ਕੀਤਾ ਗਿਆ ਕਿ ਕਿਸ ਤਰ੍ਹਾਂ ਜਦੋਂ ਭਿੰਡਰਾਂਵਾਲਾ ਤੇ ਉਹਨਾਂ ਦੇ ਸੈਂਕੜੇ ਸਮਰਥਕ ਸ਼ਰੇਆਮ ਹਥਿਆਰ ਲਹਿਰਾਉਂਦੇ ਹੋਏ ਬੱਸਾਂ ਦੀਆਂ ਛੱਤਾਂ ਤੇ ਬੈਠ ਕੇ ਘੁੰਮਦੇ ਹਨ ਤਾਂ ਸ਼ਹਿਰ ਵਾਸੀਆਂ ਵਿੱਚ ਕਿਹੋ ਜਿਹਾ ਖੌਫਨਾਕ ਮਾਹੌਲ ਪੈਦਾ ਹੁੰਦਾ ਹੈ। ਹਾਲਾਂਕਿ ਸੰਤ ਭਿੰਡਰਾਂਵਾਲਾ ਇਸ ਨੂੰ ਆਪਣੀ ਧਾਰਮਿਕ ਪ੍ਰੈਕਟਿਸ ਦਾ ਹਿੱਸਾ ਮੰਨਦੇ ਸਨ ਕਿ ਹਰ ਸਿੱਖ ਨੂੰ ਸ਼ਸਤਰ ਧਾਰਨ ਕਰਨਾ ਲਾਜ਼ਮੀ ਹੈ, ਪਰ ਸਰਕਾਰ ਦੇ ਅਕੋਰਡਿੰਗ ਇਸ ਨਾਲ ਜਨਤਾ ਵਿੱਚ ਗਲਤ ਮੈਸੇਜ ਜਾ ਰਿਹਾ ਸੀ। ਸੋ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੀ ਗੁਹਾਰ ਤੇ ਸੈਂਟਰ ਦੇ ਹੋਮ ਸੈਕਟਰੀ ਟੀਵੀ ਚਤੁਰਵੇਦੀ ਨੇ ਸੰਤਾਂ ਨੂੰ ਚਾਣਚਕ ਜਾ ਕੇ ਅਰੈਸਟ ਕਰਨ ਦਾ ਇੱਕ ਪਲਾਨ ਬਣਾਇਆ। ਇਸ ਸਾਰੇ ਪਲਾਨ ਤੇ ਇੰਦਰਾ ਗਾਂਧੀ ਨੇ ਹਾਮੀ ਵੀ ਭਰ ਦਿੱਤੀ, ਉਹ ਵੀ ਉਦੋਂ ਜਦੋਂ ਦੇਸ਼ ਦੇ ਕਿਸੇ ਵੀ ਥਾਣੇ ਵਿੱਚ ਸੰਤਾਂ ਦੇ ਅਗੇਂਸਟ ਇੱਕ ਵੀ ਝੂਠਾ ਸੱਚਾ ਕੋਈ ਵੀ ਕੇਸ ਨਹੀਂ ਸੀ ਚੱਲ ਰਿਹਾ। ਸਾਰੀ ਵਿਉਂਤਬੰਦੀ ਰਚ ਲਈ ਗਈ ਕਿ ਕਿਹੜੀ ਥਾਂ ਤੇ ਕਿੰਨੇ ਵਜੇ ਪਹੁੰਚ ਕੇ ਸੰਤਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ, ਕਿਹੜੇ ਸਪੈਸ਼ਲ ਅਫਸਰ ਇਸ ਮੁਹਿੰਮ ਵਿੱਚ ਸ਼ਾਮਲ ਹੋਣਗੇ। ਪਰ ਜਦੋਂ ਮੌਕੇ ਤੇ ਛਾਪਾ ਮਾਰਿਆ ਗਿਆ ਤਾਂ ਸਰਕਾਰੀ ਏਜੰਸੀਆਂ ਹੱਥ ਮਲਦੀਆਂ ਰਹਿ ਗਈਆਂ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਸੰਤ ਭਿੰਡਰਾਂਵਾਲਾ ਉੱਥੋਂ ਅੰਮ੍ਰਿਤਸਰ ਸਾਹਿਬ ਵਾਸਤੇ ਰਵਾਨਾ ਹੋ ਗਏ ਸਨ। ਮੰਨਿਆ ਜਾਂਦਾ ਹੈ ਕਿ ਗਿਆਨੀ ਜੈਲ ਸਿੰਘ ਜੀ, ਜੋ ਕਿ ਹਜੇ ਉਸ ਸਮੇਂ ਰਾਸ਼ਟਰਪਤੀ ਨਹੀਂ ਬਣੇ ਸਨ, ਭਾਰਤ ਦੇ ਗ੍ਰਹਿ ਮੰਤਰੀ ਦਾ ਅਹੁਦਾ ਸੰਭ ਰਹੇ ਸਨ। ਉਹਨਾਂ ਦੀ ਮਿਹਰਬਾਨੀ ਦਾ ਸਦਕਾ ਸੰਤਾਂ ਕੋਲ ਏਜੰਸੀ ਦੇ ਪਲਾਨ ਦੀ ਖਬਰ ਪਹਿਲਾਂ ਹੀ ਪਹੁੰਚ ਗਈ ਸੀ। ਨਾਰਮਲ ਜੀ ਗੱਲ ਹੈ ਕਿ ਇਦਾਂ ਦੇ ਮਸਾਲੇਦਾਰ ਮਸਲੇ ਮੀਡੀਆ ਪਹਿਲਾਂ ਕਵਰ ਕਰਦਾ ਹੈ। ਸੋ ਜਦੋਂ ਇਹ ਮਾਮਲਾ ਮੀਡੀਆ ਵਿੱਚ ਪੂਰੀ ਹਾਈਪ ਤੇ ਸੀ ਤਾਂ ਮਹਾਰਾਸ਼ਟਰ ਵਿੱਚ ਬੈਠੇ ਸ਼ਿਵ ਸੈਨਾ ਸੁਪਰੀਮੋ ਬਾਲ ਠਾਕਰੇ ਨੇ ਬਿਆਨ ਦਿੱਤਾ ਕਿ ਜੋ ਕੁਝ ਅੱਜਕੱਲ ਪੰਜਾਬ ਤੇ ਦਿੱਲੀ ਦੀਆਂ ਸੜਕਾਂ ਤੇ ਖੁੱਲ੍ਹੇਆਮ ਚੱਲ ਰਿਹਾ ਹੈ, ਜੇ ਇਹ ਸਭ ਕਿਤੇ ਬੰਬੇ 'ਚ ਹੋ ਰਿਹਾ ਹੁੰਦਾ ਤਾਂ ਕਦੀ ਵੀ ਬਰਦਾਸ਼ਤ ਨਾ ਕੀਤਾ ਜਾਂਦਾ। ਹਾਲਾਂਕਿ ਬਾਲ ਠਾਕਰੇ ਨੇ ਇਹ ਬਿਆਨ ਦਿੰਦੇ ਸਮੇਂ ਕਿਸੇ ਦਾ ਨਾਮ ਨਹੀਂ ਸੀ ਲਿਆ, ਪਰ ਕੋਈ ਛੋਟਾ ਬੱਚਾ ਵੀ ਇਹ ਸਮਝ ਜਾਂਦਾ ਕਿ ਇਹ ਗੱਲ ਕਿਹਨੂੰ ਲਾ ਕੇ ਕਹੀ ਜਾ ਰਹੀ ਸੀ। ਦਸ਼ਮੇਸ਼ ਪਿਤਾ ਦੇ ਸਿੰਘਾਂ ਨੂੰ ਵੰਗਾਰ ਕਿ ਕੋਈ ਜਾਵੇ ਤਾਂ ਜਾਵੇ ਕਿੱਥੇ। ਸੰਤ ਭਿੰਡਰਾਂਵਾਲਾ ਨੇ ਬਾਲ ਠਾਕਰੇ ਦੇ ਇਸ ਚੈਲੰਜ ਨੂੰ ਐਕਸੈਪਟ ਕੀਤਾ ਤੇ ਮਹਾਰਾਸ਼ਟਰ ਦੇ ਗੁਰਦੁਆਰਿਆਂ ਵਿੱਚ ਪ੍ਰਚਾਰਕ ਦੌਰੇ ਦਾ ਇੱਕ ਪਲਾਨ ਬਣਾ ਲਿਆ ਗਿਆ। ਸੋ ਮਈ ਦੇ ਅਖੀਰਲੇ ਦਿਨਾਂ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਾ ਆਪਣੇ ਉਸੇ ਬਹੁਚਰਚਿਤ ਸਟਾਈਲ ਵਿੱਚ ਪੰਜਾਬ ਤੋਂ ਬੰਬੇ ਵੱਲ ਰਵਾਨਾ ਹੋਏ। ਉਹਨਾਂ ਦੇ ਨਾਲ ਸੈਂਕੜਿਆਂ ਦੀ ਤਾਦਾਦ ਵਿੱਚ ਸ਼ਸਤਰਧਾਰੀ ਸਿੰਘ ਗੱਡੀਆਂ ਤੇ ਸਵਾਰ ਹੋ ਕੇ ਚੱਲ ਰਹੇ ਸਨ। ਜਿਸ ਤਰ੍ਹਾਂ ਸੰਤ ਜੀ ਦਿੱਲੀ ਪਹੁੰਚੇ ਸਨ, ਉਦੋਂ ਵੀ ਵੱਧ ਤਾਦਾਦ ਵਿੱਚ ਸ਼ਸਤਰਧਾਰੀ ਸਿੰਘ ਤੇ ਗੱਡੀਆਂ ਦੇ ਕਾਫਲੇ ਉਹਨਾਂ ਦੇ ਨਾਲ ਸਨ। ਦਮਦਮੀ ਟਕਸਾਲ ਦੇ ਮੁਖੀ ਵਜੋਂ ਸੰਤ ਜੀ ਨੇ ਕਈ ਦਿਨਾਂ ਤੱਕ ਬੰਬੇ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਕਥਾਵਾਂ ਕੀਤੀਆਂ। ਨਾਲ ਹੀ ਦਿੱਲੀ ਦੀ ਤਰ੍ਹਾਂ ਬੰਬੇ ਦੀਆਂ ਸੜਕਾਂ ਤੇ ਵੀ ਹਥਿਆਰ ਲਹਿਰਾਉਂਦੇ ਹੋਏ ਲੰਬੇ ਕਾਫਲਿਆਂ ਦੇ ਜਲੂਸ ਕੱਢੇ ਗਏ। ਪਰ ਸੰਤ ਭਿੰਡਰਾਂਵਾਲਾ ਜਿੰਨੇ ਦਿਨ ਵੀ ਬੰਬੇ ਵਿੱਚ ਰਹੇ, ਬਾਲ ਠਾਕਰੇ ਬੰਬੇ ਵਿੱਚ ਹੁੰਦੇ ਹੋਏ ਵੀ ਪਬਲਿਕ ਕਿਸੇ ਦੇ ਸਾਹਮਣੇ ਨਹੀਂ ਆਏ। ਨਾ ਤਾਂ ਉਹਨਾਂ ਨੇ ਕਿਤੇ ਕੋਈ ਪ੍ਰੋਗਰਾਮ ਅਟੈਂਡ ਕੀਤਾ ਤੇ ਨਾ ਹੀ ਕੋਈ ਪ੍ਰੈਸ ਕਾਨਫਰੰਸ ਕੀਤੀ। ਜਦੋਂ ਸੰਤ ਜੀ ਬੰਬੇ ਤੋਂ ਪੰਜਾਬ ਵੱਲ ਵੱਧ ਗਏ ਤੇ ਇਹ ਸਭ ਨਿਬੜ ਗਿਆ, ਫਿਰ ਜਾ ਕੇ ਬਾਲ ਠਾਕਰੇ ਪਬਲਿਕ ਇਵੈਂਟਸ ਵਿੱਚ ਦੁਬਾਰਾ ਨਜ਼ਰ ਆਉਣੇ ਸ਼ੁਰੂ ਹੋਏ। ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸੰਤ ਜੀ ਨੇ ਉਸ ਚੈਲੰਜ ਨੂੰ ਪੁਗਾ ਕੇ ਵਿਖਾਇਆ ਜੋ ਬਾਲ ਠਾਕਰੇ ਵੱਲੋਂ ਉਹਨਾਂ ਨੂੰ ਵੰਗਾਰ ਕੇ ਦਿੱਤਾ ਗਿਆ ਸੀ। ਨਾ ਜਾਇਓ ਨਾ ਕਿਤੇ, ਸਟੋਰੀ ਹਜੇ ਐਂਡ ਨਹੀਂ ਹੋਈ। ਜੂਲੀਓ ਰੁਬੈਰੋ, ਜੋ ਪੰਜਾਬ ਗਵਰਨਰ ਦੇ ਐਡਵਾਈਜ਼ਰ ਤੇ ਡੀਜੀਪੀ ਦੇ ਰੂਪ ਵਿੱਚ ਪੰਜਾਬ ਵਿੱਚ ਕਈ ਵੱਡੇ ਅਹੁਦਿਆਂ ਤੇ ਰਹੇ,
ਉਸ ਸਮੇਂ ਉਹੀ ਬੰਬੇ ਪੁਲਿਸ ਦੇ ਕਮਿਸ਼ਨਰ ਸਨ। ਜਦ ਉਹਨਾਂ ਨੂੰ ਸਿੰਘਾਂ ਦੇ ਇਸ ਤਰ੍ਹਾਂ ਹਥਿਆਰਬੰਦ ਹੋ ਕੇ ਬੰਬੇ ਵੱਲ ਵਧਣ ਦਾ ਪਤਾ ਲੱਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਭਿੰਡਰਾਂਵਾਲਾ ਦੇ ਇਸ ਐਕਸ਼ਨ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ। ਬੰਬੇ ਵਿੱਚ ਵੜਦੇ ਹੀ ਇਹਨਾਂ ਤੇ ਕਾਨੂੰਨ ਦੇ ਮੁਤਾਬਿਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ, ਕਿਉਂਕਿ ਇਹ ਇੱਕ ਸੈਂਸਿਟਿਵ ਮੁੱਦਾ ਸੀ। ਸੋ ਕਾਰਵਾਈ ਤੋਂ ਪਹਿਲਾਂ ਰੁਬੈਰੋ ਨੇ ਸੀਐਮ ਤੋਂ ਪਰਮਿਸ਼ਨ ਲੈਣਾ ਠੀਕ ਸਮਝਿਆ। ਪਰ ਜਦੋਂ ਇਹ ਗੱਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਮੁੱਖ ਮੰਤਰੀ ਤੋਂ ਹੁੰਦੇ ਹੋਏ ਸੈਂਟਰ ਹੋਮ ਮਿਨਿਸਟਰੀ ਤੇ ਆਈਬੀ ਸੈੱਲ ਤੱਕ ਪਹੁੰਚੀ ਤਾਂ ਉਹਨਾਂ ਨੇ ਰੁਬੈਰੋ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਲੈਣ ਤੋਂ ਸਾਫ਼-ਸਾਫ਼ ਮਨਾ ਕਰ ਦਿੱਤਾ। ਉਹਨਾਂ ਕਿਹਾ ਕਿ ਭਿੰਡਰਾਂਵਾਲਾ ਜਾਂ ਉਹਨਾਂ ਦੇ ਕਿਸੇ ਵੀ ਸਮਰਥਕ ਨੂੰ ਛੇੜਨ ਦੀ ਕੋਈ ਲੋੜ ਨਹੀਂ, ਸਾਡੇ ਕੋਲ ਇਹਨਾਂ ਦੇ ਲਈ ਕੋਈ ਹੋਰ ਪਲਾਨ ਹੈ। ਸੋ ਸੰਤਾਂ ਨੂੰ ਗ੍ਰਿਫਤਾਰ ਕਰਨ ਲਈ ਦੋ ਤਰ੍ਹਾਂ ਦੇ ਪਲਾਨ ਸੁਰੱਖਿਆ ਏਜੰਸੀਆਂ ਦੇ ਦਿਮਾਗ ਵਿੱਚ ਚੱਲ ਰਹੇ ਸਨ। ਪਹਿਲਾਂ ਤਾਂ ਇਹ ਸੀ ਕਿ ਜਦੋਂ ਬੰਬੇ ਵਿੱਚ ਆਪਣੀ ਫੇਰੀ ਪੂਰੀ ਕਰਨ ਤੋਂ ਬਾਅਦ ਸੰਤ ਭਿੰਡਰਾਂਵਾਲਾ ਪੰਜਾਬ ਵੱਲ ਵੱਧ ਰਹੇ ਹੋਣਗੇ ਤਾਂ ਰਾਹ ਵਿੱਚ ਕੋਈ ਢੁਕਵੀਂ ਦੀ ਜਗ੍ਹਾ ਵੇਖ ਕੇ ਉਹਨਾਂ ਦੇ ਕਾਫਲੇ ਨੂੰ ਰੋਕ ਕੇ ਸੰਤ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਦੂਜਾ ਇੱਥੇ ਬੰਬੇ ਵਿੱਚ ਕਿਸੇ ਥਾਂ ਤੇ ਉਹਨਾਂ ਨੂੰ ਅਚਾਨਕ ਜਾ ਕੇ ਅਰੈਸਟ ਕਰ ਲਿਆ ਜਾਊਗਾ। ਸੰਤ ਜੀ ਦੇ ਬੰਬੇ ਪਹੁੰਚਣ ਦੀ ਖਬਰ ਮਿਲਣ ਤੋਂ ਬਾਅਦ ਦਿੱਲੀ ਵਿੱਚ ਸੈਂਟਰ ਸਰਕਾਰ ਦੇ ਹਾਈ ਲੈਵਲ ਦੇ ਅਫਸਰਾਂ ਦੀ ਇੱਕ ਤੋਂ ਬਾਅਦ ਇੱਕ ਮੀਟਿੰਗਾਂ ਦੇ ਦੌਰ ਸ਼ੁਰੂ ਹੋਏ। ਪ੍ਰਧਾਨ ਮੰਤਰੀ ਦੇ ਕੈਬਨਿਟ ਸੈਕਟਰੀ, ਪ੍ਰਿੰਸੀਪਲ ਸੈਕਟਰੀ ਪੀਸੀ ਅਲੈਗਜ਼ੈਂਡਰ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਟੀਵੀ ਚਤੁਰਵੇਦੀ, ਇਹਨਾਂ ਸਭ ਦੀਆਂ 2 ਦਿਨਾਂ ਤੱਕ ਧੜਾਧੜ ਮੀਟਿੰਗਾਂ ਤੋਂ ਬਾਅਦ ਇਹ ਫਾਈਨਲ ਕੀਤਾ ਗਿਆ ਕਿ ਬੰਬੇ ਦੇ ਭੀੜ ਭੜੱਕੇ ਦੇ ਵਿੱਚ ਸੈਂਕੜੇ ਹਥਿਆਰਬੰਦ ਸਮਰਥਕਾਂ ਦੇ ਵਿੱਚੋਂ ਸੰਤ ਜੀ ਨੂੰ ਗ੍ਰਿਫਤਾਰ ਕਰਨਾ ਬਹੁਤ ਹੀ ਰਿਸਕੀ ਕੰਮ ਹੋਊਗਾ। ਸੋ ਇਹ ਵਿਚਾਰ ਬਣਾਇਆ ਗਿਆ ਕਿ ਬੰਬੇ ਤੋਂ ਪੰਜਾਬ ਵੱਲ ਵਾਪਸੀ ਦੇ ਸਮੇਂ ਮੱਧ ਪ੍ਰਦੇਸ਼ ਵਿੱਚ ਨਾਸਿਕ ਦੇ ਨੇੜੇ ਤੇੜੇ ਸਿੰਘਾਂ ਦੇ ਇਸ ਕਾਫਲੇ ਨੂੰ ਰੋਕ ਕੇ ਸੰਤ ਭਿੰਡਰਾਂਵਾਲਾ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਸਭ ਕੁਝ ਫਾਈਨਲ ਹੋ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਸਾਰੇ ਪਲਾਨ ਤੋਂ ਜਾਣੂ ਕਰਵਾਇਆ ਗਿਆ। ਪਰ ਇਸ ਸਾਰੇ ਪਲਾਨ ਦਾ ਇੱਕ ਢਿੱਲਾ ਪੱਖ ਇਹ ਸੀ ਕਿ ਪੂਰੇ ਦੇਸ਼ ਦੇ ਕਿਸੇ ਵੀ ਥਾਣੇ ਜਾਂ ਅਦਾਲਤ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਨਾਮ ਛੋਟਾ ਵੱਡਾ ਕੋਈ ਵੀ ਮੁਕੱਦਮਾ ਨਹੀਂ ਸੀ ਚੱਲ ਰਿਹਾ। ਫਿਰ ਗ੍ਰਿਫਤਾਰੀ ਕਰਦੇ ਕਿਸ ਬੇਸ ਤੇ? ਸੋ ਉਸੇ ਸਮੇਂ ਭੜਕਾਊ ਭਾਸ਼ਣ ਦੇਣ ਦਾ ਇੱਕ ਕੇਸ ਦਰਜ ਕਰਕੇ ਪੰਜਾਬ ਤੋਂ ਬਾਏ 에ਅਰ ਇੱਕ ਵਾਰੰਟ ਦਿੱਲੀ ਤੇ ਫਿਰ ਦਿੱਲੀ ਤੋਂ ਬੰਬੇ ਭਿਜਵਾਇਆ ਗਿਆ। ਇਸ ਦੇ ਨਾਲ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਸ ਵਾਰ ਕਿਤੇ ਪਿਛਲੀ ਵਾਰ ਦੀ ਤਰ੍ਹਾਂ ਖਬਰ ਲੀਕ ਨਾ ਹੋ ਜਾਵੇ, ਕਿਤੇ ਸਾਰੀ ਕੀਤੀ ਕਿਤਰੀ ਤੇ ਪਾਣੀ ਪੈ ਜਾਵੇ। ਪਰ ਹੋਇਆ ਉਹੀ ਜਿਸ ਦਾ ਸਰਕਾਰੀ ਧਿਰ ਨੂੰ ਡਰ ਸੀ। ਆਪਣੇ ਵੱਲੋਂ ਅੱਡੀ ਚੋਟੀ ਦਾ ਪੂਰਾ ਜ਼ੋਰ ਲਾ ਦੇਣ ਤੋਂ ਬਾਅਦ ਵੀ ਕਿਸੇ ਨਾ ਕਿਸੇ ਥਾਂ ਤੋਂ ਇਹ ਖਬਰ ਲੀਕ ਹੋ ਕੇ ਸੰਤ ਜੀ ਤੱਕ ਪਹੁੰਚ ਹੀ ਗਈ ਤੇ ਇਸ ਤੋਂ ਬਾਅਦ ਦੀਆਂ ਘਟਨਾਵਾਂ ਸੁਣ ਕੇ ਤਾਂ ਤੁਹਾਨੂੰ ਇੰਜ ਲੱਗੂਗਾ ਜਿਵੇਂ ਸੱਚਮੁੱਚ ਕੋਈ ਫਿਲਮ ਹੀ ਚੱਲ ਰਹੀ ਹੋਵੇ। ਖਬਰ ਮਿਲਦੇ ਹੀ ਸੰਤ ਜੀ ਚੁੱਪ ਚੁਪੀਤੇ ਇੱਕ ਲਿਮਟਿਡ ਜੇ ਕਾਫਲੇ ਦੇ ਨਾਲ ਪੰਜਾਬ ਤੋਂ ਰਵਾਨਾ ਹੋ ਗਏ, ਕਿਉਂਕਿ ਸਿੰਘਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਏਜੰਸੀਆਂ ਲਗਾਤਾਰ ਸੰਤ ਜੀ ਤੇ ਨਜ਼ਰ ਬਣਾਏ ਹੋਏ ਹਨ। ਸੋ ਏਜੰਸੀਆਂ ਨੂੰ ਭੁਲੇਖਾ ਪਾਉਣ ਲਈ ਬਿਲਕੁਲ ਸੰਤ ਜੀ ਦੀ ਕੱਦ-ਕਾਠੀ ਦਾ ਇੱਕ ਸਿੰਘ ਉਹਨਾਂ ਦੀ ਰਿਹਾਇਸ਼ ਵਾਲੇ ਕਮਰੇ ਵਿੱਚ ਪਲੇਸ ਕਰ ਦਿੱਤਾ ਗਿਆ ਤੇ ਬੰਬੇ ਚੋਂ ਨਿਕਲਦੇ ਸਮੇਂ ਸੰਤ ਜੀ ਨੇ ਆਪਣਾ ਪੇਸ ਇਦਾਂ ਦਾ ਇਖਤਿਆਰ ਕਰ ਲਿਆ ਸੀ ਕਿ ਪੰਜਾਬ ਪਹੁੰਚਣ ਤੱਕ ਸਿੰਘਾਂ ਦੇ ਇਸ ਕਾਫਲੇ ਨੂੰ 1 ਦਰਜਨ ਤੋਂ ਵੱਧ ਵਾਰ ਰੋਕਿਆ ਗਿਆ, ਪਰ ਕਿਸੇ ਵੀ ਥਾਂ ਤੇ ਪੁਲਿਸ ਸੰਤ ਭਿੰਡਰਾਂਵਾਲਾ ਜੀ ਦੀ ਪਛਾਣ ਨਹੀਂ ਕਰ ਸਕੀ। ਦੱਸਿਆ ਜਾਂਦਾ ਹੈ ਕਿ ਸਿੰਘਾਂ ਦੇ ਲਾਇਸੈਂਸੀ ਹਥਿਆਰਾਂ ਨੂੰ ਇੱਕ ਟੈਂਕਰ ਵਿੱਚ ਰੱਖ ਕੇ ਟੈਂਕਰ ਨੂੰ ਸੀਲ ਕਰਕੇ ਨਾਕਿਆਂ ਚੋਂ ਨਿਗਾਹ ਅੰਮ੍ਰਿਤਸਰ ਸਾਹਿਬ ਤੱਕ ਪਹੁੰਚਾਇਆ ਗਿਆ। ਇਧਰ ਸੰਤ ਜੀ ਬੜੇ ਆਰਾਮ ਨਾਲ ਪੰਜਾਬ ਪਹੁੰਚ ਗਏ ਤੇ ਉਧਰ ਏਜੰਸੀਆਂ 4 ਮਈ ਤੱਕ ਬਸ ਇਹ ਸੋਚ ਕੇ ਖੁਸ਼ ਹੁੰਦੀਆਂ ਰਹੀਆਂ ਕਿ ਇਸ ਵਾਰ ਤਾਂ ਸਾਡੀ ਤਿਆਰੀ ਪੱਕੀ ਹੈ। ਬਸ 1-2 ਦਿਨਾਂ ਤੱਕ ਜਦੋਂ ਭਿੰਡਰਾਂਵਾਲਾ ਇੱਥੋਂ ਰਵਾਨਾ ਹੋਣਗੇ ਤਾਂ ਸਹੀ ਮੌਕਾ ਟਿਕਾਣਾ ਵੇਖ ਕੇ ਰਸਤੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਪਰ ਏਜੰਸੀਆਂ ਦੇ ਹੋਸ਼ ਉਦੋਂ ਉੱਡ ਗਏ ਜਦੋਂ 9 ਮਈ 1982 ਨੂੰ ਸੰਤਾਂ ਨੇ ਇੱਕ ਸਮਾਗਮ ਵਿੱਚ ਪਹੁੰਚ ਕੇ ਆਪਣੇ ਪੰਜਾਬ ਵਿੱਚ ਹੋਣ ਦਾ ਖੁਲਾਸਾ ਕੀਤਾ। ਇਹ ਵੇਖ ਕੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉੱਡ ਗਏ। ਬੰਬੇ ਤੋਂ ਲੈ ਕੇ ਦਿੱਲੀ ਤੇ ਪੰਜਾਬ ਤੱਕ ਚਾਰੇ ਪਾਸੇ ਸਰਕਾਰੀ ਮਸ਼ੀਨਰੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਸਰਕਾਰੀ ਏਜੰਸੀਆਂ ਦੀ ਖਬਰ ਲੀਕ ਕਿਵੇਂ ਹੋਈ। ਪਰ ਜ਼ਿਆਦਾਤਰ ਜਾਣਕਾਰ ਇਹੀ ਮੰਨਦੇ ਹਨ ਇਸ ਵਾਰ ਵੀ ਸਰਕਾਰੀ ਏਜੰਸੀਆਂ ਦੀ ਅੰਦਰਲੀ ਗੱਲ ਗਿਆਨੀ ਜੈਲ ਸਿੰਘ ਵੱਲੋਂ ਹੀ ਕਿਸੇ ਤਰ੍ਹਾਂ ਭਿੰਡਰਾਂਵਾਲਾ ਤੱਕ ਪਹੁੰਚਾਈ ਗਈ ਹੋਊਗੀ। ਜਿਹੜੇ ਵੀ ਵੱਡੇ ਛੋਟੇ ਅਧਿਕਾਰੀਆਂ ਤੇ ਸੰਤ ਭਿੰਡਰਾਂਵਾਲਾ ਤੇ ਨਿਗਾਹ ਰੱਖਣ ਦਾ ਜ਼ਿੰਮਾ ਲਾਇਆ ਗਿਆ ਸੀ, ਪਹਿਲਾਂ ਪਹਿਲ ਤੱਤੇ ਘਾਤਾ ਉਹਨਾਂ ਸਭ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ। ਸਭ ਨੂੰ ਘਰੇ ਭੇਜਣ ਦੀ ਤਿਆਰੀ ਚੱਲ ਰਹੀ ਸੀ, ਪਰ ਫਿਰ ਇਹ ਕਾਰਵਾਈ ਰੋਕ ਦਿੱਤੀ ਗਈ ਕਿਉਂਕਿ ਮਹਿਸੂਸ ਕੀਤਾ ਗਿਆ ਕਿ ਸੰਤ ਭਿੰਡਰਾਂਵਾਲਾ ਤੇ ਇਸ ਤਰ੍ਹਾਂ ਨਿਗਾਹ ਰੱਖਣਾ ਬੜਾ ਹੀ ਚੁਣੌਤੀ ਭਰਿਆ ਕੰਮ ਸੀ। ਇਹ ਹਰੇਕ ਦੇ ਵੱਸ ਦੀ ਗੱਲ ਨਹੀਂ ਸੀ। ਇਸ ਸਾਰੇ ਵਾਕਿਏ ਨੂੰ ਵੇਖ ਕੇ ਕੁਝ ਲੋਕ ਕਹਿ ਸਕਦੇ ਹਨ ਕਿ ਸੰਤ ਜੀ ਗ੍ਰਿਫਤਾਰੀ ਤੋਂ ਡਰਦਿਆਂ ਅੱਗੇ ਭੱਜਦੇ ਰਹੇ, ਪਰ ਇਹ ਨਾ ਭੁੱਲੀਏ ਕਿ ਉਹਨਾਂ ਤੇ ਕਿਸੇ ਵੀ ਥਾਣੇ ਜਾਂ ਅਦਾਲਤ ਵਿੱਚ ਕੋਈ ਵੀ ਛੋਟਾ ਵੱਡਾ ਝੂਠਾ ਸੱਚਾ ਇੱਕ ਵੀ ਕੇਸ ਨਹੀਂ ਸੀ ਚੱਲ ਰਿਹਾ। ਤੇ ਲਾਲਾ ਹਰਦਿਆਲ ਦੀ ਹੱਤਿਆ ਤੋਂ ਬਾਅਦ ਜਦੋਂ ਕਿਤੇ ਅਜਿਹਾ ਮੌਕਾ ਬਣਿਆ ਸੀ ਤਾਂ ਸੰਤ ਜੀ ਨੇ ਮਹਿਤਾ ਚੌਕ ਵਿਖੇ ਆਪ ਹੀ ਗ੍ਰਿਫਤਾਰੀ ਦੇ ਦਿੱਤੀ ਸੀ। ਸੋ ਇਹ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਬਾਲ ਠਾਕਰੇ ਨਾਲ ਜੁੜਿਆ ਹੋਇਆ ਇੱਕ ਰੋਮਾਂਚਕ ਕਿੱਸਾ। ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ।
ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।